ਅਧਿਆਪਕ ਸਾਥੀਓ ਤੇ ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਆਪਾਂ ਅੱਜ ਦੇ ਇਸ ਲੈਕਚਰ ਵਿੱਚ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਟਰਮ 1 ਦੀ ਜੋ ਪ੍ਰੀਖਿਆ ਹੋਣੀ ਹੈ ਉਸ ਨਾਲ ਸੰਬੰਧਿਤ ਗੱਲਬਾਤ ਕਰਾਂਗੇ। ਤਾਂ ਵਿਦਿਆਰਥੀਓ, ਤੁਸੀਂ ਇਸ ਲੈਕਚਰ ਨੂੰ ਧਿਆਨ ਨਾਲ ਸੁਣਨਾ ਅਤੇ ਪੇਪਰ ਨਾਲ ਸੰਬੰਧਿਤ ਗੱਲਾਂ ਨੂੰ ਆਪਣੀ ਕਾਪੀ ਤੇ ਜ਼ਰੂਰ ਨੋਟ ਕਰਨਾ ਤਾਂ ਜੋ ਤੁਸੀਂ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰ ਸਕੋ। ਤਾਂ ਆਓ ਵਿਦਿਆਰਥੀਓ, ਆਪਾਂ ਹੁਣ ਸੈਂਪਲ ਪੇਪਰ ਨੂੰ ਦੇਖੀਏ ਅਤੇ ਇਸ ਦੇ ਪ੍ਰਸ਼ਨਾਂ ਨੂੰ ਹੱਲ ਕਰੀਏ। ਤਾਂ ਵਿਦਿਆਰਥੀਓ, ਅੱਜ ਦਾ ਲੈਕਚਰ ਆਪਾਂ 16ਵੇਂ ਪ੍ਰਸ਼ਨ ਸ਼ੁਰੂ ਕਰਦੇ ਹਾਂ, ਕਿਉਂਕਿ ਜਿਹੜੇ ਪਹਿਲੇ 15 ਪ੍ਰਸ਼ਨ ਅਸੀਂ ਲੈਕਚਰ ਪਿਛਲੇ ਹਫਤੇ ਪੂਰੇ ਕਰ ਚੁੱਕੇ ਹਾਂ। ਤਾਂ ਅੱਜ ਅਸੀਂ ਇਸ ਨੂੰ 16ਵੇਂ ਪ੍ਰਸ਼ਨ ਸ਼ੁਰੂ ਕਰਦੇ ਹਾਂ। ਤਾਂ ਬੱਚੋ, ਸਾਡੇ ਕੋਲ ਪਹਿਲਾ ਹੈ ਬਿੰਦੂ x1 y1 ਤੋਂ ਮੂਲ ਬਿੰਦੂ ਤੋਂ ਦੂਰੀ, ਜਾਣੀ ਕਿ ਬਿੰਦੂ x1 y1 ਦੀ ਮੂਲ ਬਿੰਦੂ ਤੋਂ ਦੂਰੀ ਕੀ ਹੈ? ਦਾ ਡਿਸਟੈਂਸ ਆਫ ਪੁਆਇੰਟ x1 y1 ਫਰੋਮ ਦੀ ਓਰੀਜਨ। ਤਾਂ ਬੱਚਿਓ, ਇੱਥੇ ਅਸੀਂ ਦੂਰੀ ਸੂਤਰ ਦੀ ਵਰਤੋਂ ਕਰਦੇ ਹੁੰਦੇ ਹਾਂ, ਠੀਕ ਹੈ। ਤਾਂ ਸਾਡੇ ਕੋਲ ਜੋ ਮੂਲ ਬਿੰਦੂ ਹੁੰਦਾ ਹੈ ਬੱਚਿਓ, ਉਸਦੇ ਨਿਰਦੇਸ਼ਾਂਕ ਕੀ ਹੁੰਦੇ ਹਨ? 0 0। ਤਾਂ ਅਸੀਂ ਕੀ ਕਰਾਂਗੇ? ਇੱਥੇ ਦੇਖੋ x1 ਮਾਈਨਸ 0 ਦਾ ਵਰਗ ਪਲੱਸ y1 ਮਾਈਨਸ 0 ਦਾ ਵਰਗਮੂਲ। ਤਾਂ ਬੱਚੋ, ਸਾਡੇ ਕੋਲ ਕੀ ਆ ਜਾਵੇਗਾ? x1 ਦਾ ਸਕੁਅਰ ਪਲੱਸ y1 ਦਾ ਸਕੁਅਰ। ਤਾਂ ਬੱਚੋ, ਕਿੱਥੇ ਸਾਡੇ ਕੋਲ ਆਪਸ਼ਨ ਬੀ ਦੇ ਵਿੱਚ। ਕਿਉਂਕਿ ਬੱਚਿਓ ਅਸੀਂ MCQ ਕਰਨੇ ਹੁੰਦੇ ਹੈ, ਤਾਂ ਇਸ ਦੇ ਵਾਸਤੇ ਸਾਨੂੰ ਜਿਹੜੇ ਸ਼ਾਰਟਕਟ ਮੈਥਡ ਦੀ ਜਿਹੜੀ ਵਰਤੋਂ ਆ ਉਹ ਕਰਨੀ ਚਾਹੀਦੀ ਆ ਤਾਂ ਜੋ ਸਮੇਂ ਦੀ ਬਚਤ ਹੋ ਸਕੇ। ਬੱਚਿਓ, ਆਪਾਂ 17 ਪ੍ਰਸ਼ਨ ਦੇਖਦੇ ਹਾਂ। ਬਿੰਦੂ -5 4 ਅਤੇ 7 8 ਨੂੰ ਮਿਲਾਉਣ ਵਾਲੇ ਰੇਖਾ ਖੰਡ ਦੇ ਮੱਧ ਬਿੰਦੂ ਦੇ ਨਿਰਦੇਸ਼ਾਂਕ ਦੱਸੋ। ਜਾਣੀ ਕਿ ਬੱਚਿਓ ਅਸੀਂ ਮਿਡ ਪੁਆਇੰਟ ਦੇ ਜਿਹੜੇ ਕੋਆਰਡੀਨੇਟ ਆ ਉਹ ਫਾਈਂਡ ਕਰਨੇ ਆ। ਬੱਚਿਓ ਅਸੀਂ ਕੀ ਕਰਦੇ ਹੁੰਦੇ ਆ? ਫਿਰ x ਵਾਲੇ ਵਿੱਚ x ਵਾਲਾ ਪੁਆਇੰਟ ਜੋੜ ਕੇ 2 ਨਾਲ ਭਾਗ ਕਰ ਦਿੰਦੇ ਆ, y ਵਾਲੇ ਪੁਆਇੰਟ ਵਿੱਚ y ਵਾਲਾ ਭਾਗ ਕੇ 2 ਨਾਲ ਭਾਗ ਕਰ ਦਿੰਦੇ ਨੇ। ਦੇਖੋ 7 ਚੋਂ 5 ਕੱਢੇ 2, 2 ਨੂੰ 2 ਨਾਲ ਵੰਡਿਆ 1, 4 ਤੇ 8 12, 12 ਨੂੰ 2 ਨਾਲ ਵੰਡਿਆ 6। ਬੱਚੇ ਬਿੰਦੂ ਕੀ ਬਣ ਗਿਆ? 1 6। 1 6 ਕਿਹੜੇ ਆਪਸ਼ਨ ਵਿੱਚ ਹੈ? B ਆਪਸ਼ਨ ਦੇ ਵਿੱਚ। ਕਿਉਂਕਿ ਬੱਚਿਓ ਆਪਾਂ ਸਾਰੇ ਲੈਕਚਰ 'ਚ ਸਵਾਲ ਪੂਰੇ ਕਰਨੇ ਨੇ, ਇਸ ਕਰਕੇ ਜਿਹੜੇ ਫਟਾਫਟ ਆਪਾਂ ਜਿਹੜੇ ਸਵਾਲ ਆਗੇ ਉਹ ਕਰਾਂਗੇ। ਤਾਂ ਬੱਚਾ, ਸਾਡੇ ਕੋਲ 18ਵਾਂ ਪ੍ਰਸ਼ਨ ਹੈ ਵੀ P x ਧੁਰੇ ਤੇ ਅਜਿਹਾ ਬਿੰਦੂ ਹੈ ਜੋ ਬਿੰਦੂ A ਅਤੇ B ਤੋਂ ਸਮਾਨ ਦੂਰੀ ਤੇ ਹੈ। P ਦੇ ਨਿਰਦੇਸ਼ਾਂਕ ਪਤਾ ਕਰੋ। ਯਾਨੀ ਕਿ ਅਸੀਂ ਕੋਆਰਡੀਨੇਟ ਆਫ P ਫਾਈਂਡ ਕਰਨੇ ਆ। ਤਾਂ P ਕਿੱਥੇ ਲਾਈ ਕਰਦਾ ਬੱਚਿਓ? x ਐਕਸਿਸ ਤੇ, ਠੀਕ ਹੈ। ਕਿਉਂਕਿ P x ਐਕਸਿਸ ਤੇ ਲਾਈ ਕਰਦਾ ਤਾਂ P ਦੇ ਬਿੰਦੂ ਕੀ ਬਣਨਗੇ ਬੱਚਿਓ? x 0, ਠੀਕ ਹੈ। ਤਾਂ ਬੱਚਿਓ ਇੱਥੇ ਅਸੀਂ ਕਰਨਾ ਹੈ PA ਬਰਾਬਰ PB ਰੱਖ ਲੈਣਾ ਹੈ। ਯਾਨੀ ਕਿ ਇੱਕ ਅਸੀਂ PA ਦੂਰੀ ਪਤਾ ਕਰਨੀ ਹੈ, ਇੱਕ ਅਸੀਂ PB ਦੂਰੀ ਪਤਾ ਕਰਨੀ ਹੈ, ਤੇ ਦੋਨੇ ਸਾਨੂੰ ਦੇਖੋ ਬਰਾਬਰ ਦਿੱਤਾ ਹੈ, ਉੱਥੋਂ ਅਸੀਂ ਜਿਹੜਾ ਆਂਸਰ ਆ ਉਹ ਲੱਭ ਲਵਾਂਗੇ। ਬੱਚਿਓ PA ਕੀ ਆਵੇਗਾ ਸਾਡੇ ਕੋਲੇ? x ਮਾਈਨਸ 4 ਦਾ ਸਕੁਅਰ 0 ਮਾਈਨਸ 4 ਦਾ ਸਕੁਅਰ ਰੂਟ, ਜਾਣ ਕੇ ਵਰਗਮੂਲ। ਤੇ PB ਬੱਚਿਓ x ਮਾਈਨਸ 1 ਦਾ ਵਰਗ ਤੇ 0 ਪਲੱਸ 1 ਦਾ ਵਰਗ। ਕਿਉਂਕਿ ਜਿਹੜਾ ਇੱਥੇ ਸਾਡੇ ਕੋਲ ਮਾਈਨਸ ਵਾਲਾ ਹੈ, ਮਾਈਨਸ ਪਲੱਸ ਹੋ ਜਾਵੇਗਾ। ਦੋਨੇ ਬੱਚਿਓ ਕੀ ਹੈ? ਵਰਗਮੂਲ ਹੈ। ਤਾਂ ਅਸੀਂ ਵਰਗ ਕਰਾਂਗੇ, ਵਰਗਮੂਲ ਖਤਮ ਹੋ ਜਾਵੇਗਾ। ਤਾਂ ਸਾਡੇ ਕੋਲ ਕੀ ਆਵੇਗਾ? ਇੱਧਰ ਦੇਖੋ x ਸਕੁਅਰ ਮਾਈਨਸ 8x ਪਲੱਸ 16 x ਸਕੁਅਰ ਮਾਈਨਸ 2x ਪਲੱਸ 1 ਪਲੱਸ 1। ਬੱਚਿਓ ਅਸੀਂ a ਮਾਈਨਸ b ਦੇ ਜਿਹੜੇ ਫਾਰਮੂਲੇ ਇੱਥੇ ਲਗਾਏ ਆ, ਤਾਂ ਦੇਖੋ ਇਹ ਦੋਨੇ ਪਾਸੇ ਕੈਂਸਲ ਹੋ ਜਾਣਾ ਹੈ। ਮਾਈਨਸ 8 ਪਲੱਸ 32 ਹੋ ਜਾਵੇਗਾ ਤੇ ਇਹ 2 ਹੋ ਜਾਵੇਗਾ। ਦੇਖੋ ਆਪਾਂ ਕੀਤਾ, ਦੇਖੋ ਇੱਧਰ 32 ਹੈ, 2 ਆਪਾਂ ਇੱਧਰ ਲੈ ਆਂਦਾ, ਮਾਈਨਸ 2x 8 ਆਪਾਂ ਇੱਧਰ ਲੈ ਗਏ, ਇੱਧਰ ਜਾ ਕੇ ਪਲੱਸ ਹੋ ਗਿਆ। ਬੱਚਿਓ ਇੱਧਰ ਸਾਡੇ ਕੋਲ 6x ਰਹਿ ਜਾਣਾ ਹੈ, ਇੱਧਰ 30 ਰਹਿ ਜਾਣਾ ਹੈ। 30 ਨੂੰ 6 ਨਾਲ ਵੰਡਾਂਗੇ, ਸਾਡੇ ਕੋਲ x ਦਾ ਮੁੱਲ ਕਿੰਨਾ ਆ ਜਾਣਾ ਹੈ? 5। ਬੱਚਿਓ ਬਿੰਦੂ ਕੀ ਬਣ ਜਾਣਾ ਹੈ? 5 0, ਜੋ ਆਪਸ਼ਨ C ਦੇ ਵਿੱਚ ਹੈ। ਬੱਚਿਓ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ। ਫਾਈਂਡ ਦੀ ਏਰੀਆ ਆਫ ਦੀ ਕੋਆਰਡੀਨੇਟ, ਯਾਨੀ ਕਿ ਅਸੀਂ ਕਿਸੇ ਚਤੁਰਭੁਜ ਦਾ ਖੇਤਰਫਲ ਪਤਾ ਕਰਨਾ ਹੈ ਜਿਸ ਦੇ ਸਾਨੂੰ ਜਿਹੜੇ ਹੈਗੇ ਸਿਖਰ ਉਹ ਦਿੱਤੇ ਗਏ ਹਨ। ਬੱਚਿਓ ਇੱਥੇ ਅਸੀਂ ਜਿਹੜੇ ਸ਼ਾਰਟਕਟ ਮੈਥਡ ਦੀ ਜਿਹੜੀ ਵਰਤੋਂ ਆ ਉਹ ਕਰਨੀ ਹੈ। ਪਹਿਲਾਂ ਅਸੀਂ ਦੇਖੋ ਪਹਿਲਾ ਨਿਰਦੇਸ਼ਾਂਕ ਲਿਖ ਲਿਆ, ਦੂਸਰਾ ਲਿਖ ਲਿਆ, ਤੀਸਰਾ ਲਿਖ ਲਿਆ, ਚੌਥਾ ਲਿਖ ਲਿਆ, ਤੇ ਪਹਿਲੇ ਨੂੰ ਅਸੀਂ ਜਿਹੜਾ ਫਿਰ ਦੁਬਾਰੇ ਜਿਹੜਾ ਰਿਪੀਟ ਆ ਉਹ ਕਰ ਦੇਣਾ ਹੈ, ਠੀਕ ਹੈ ਬੱਚਿਓ। ਤਾਂ ਹੁਣ ਆਪਾਂ ਗੁਣਾ ਕਿਸ ਤਰ੍ਹਾਂ ਕਰਨਾ ਹੁੰਦਾ ਹੈ? ਉੱਪਰ ਤੋਂ ਨੀਚੇ, ਨੀਚੇ ਤੋਂ ਉੱਪਰ, ਇਸ ਤਰ੍ਹਾਂ, ਠੀਕ ਹੈ। ਜਦੋਂ ਉੱਪਰ ਤੋਂ ਨੀਚੇ ਵੱਲ ਜਾਣਾ ਹੈ ਤਾਂ ਪਲੱਸ, ਜਦੋਂ ਨੀਚੇ ਤੋਂ ਉੱਪਰ ਗੁਣਾ ਕਰਨੀ ਹੈ ਤਾਂ ਬੱਚਿਓ ਮਾਈਨਸ। ਤਾਂ ਇਸ ਤਰ੍ਹਾਂ ਬੱਚਿਓ ਆਪਾਂ ਇਹਨੂੰ ਫਟਾਫਟ ਗੁਣਾ ਕਰਦੇ ਹਾਂ। 4 × 12 ਹੋ ਗਿਆ, ਮਾਈਨਸ 18 ਹੋ ਗਿਆ, 6 × 9 = 54 ਹੋ ਗਿਆ, ਮਾਈਨਸ 21 ਹੋ ਗਿਆ,
ਬੱਚੋ ਉਹ ਸਾਡੇ ਕੋਲ 7 5 35 ਹੋ ਗਿਆ ਤੇ 6 ਦੂਣੀ 12 ਹੋ ਗਿਆ। ਤਾਂ ਇਸ ਤਰ੍ਹਾਂ ਬੱਚੋ ਨੇ ਸੋਲਵ ਕਰੋ। ਦੇਖੋ ਪਹਿਲਾਂ ਪਲੱਸ ਵਾਲੇ 4 ਤੇ 12 16, 16 ਤੇ 54 ਸਾਡੇ ਕੋਲ 70 ਹੋ ਗਏ, 70 ਤੇ 35 ਬੱਚੋ 105 ਹੋ ਗਏ, 20 ਤੇ 18 38, 38 ਦੇ 59, 59 ਤੇ 71 ਵਟਾ 2 ਇਹ ਵਿੱਚ ਸਾਡੇ ਕੋਲ ਹੈਗਾ 34, 34 ਨੂੰ 2 ਨਾਲ ਭਾਗ ਕੀਤਾ ਬੱਚੋ 17, ਤਾਂ 17 ਵਰਗਾਂ ਨਾਲ ਸਾਡੇ ਕੋਲ ਖੇਤਰਫਲ ਉਹ ਆ ਗਿਆ ਹੈ। ਬੱਚੋ ਕਿੱਥੇ ਸਾਡੇ ਕੋਲ ਉੱਤਰ ਇਹ ਆਪਸ਼ਨ ਬੀ ਦੇ ਵਿੱਚ। ਬੱਚੇ 20ਵਾਂ ਪ੍ਰਸ਼ਨ ਸਾਡੇ ਕੋਲ ਦੇਖੋ ABC ਇੱਕ ਤ੍ਰਿਭੁਜ ਹੈ ਜਿਸ ਵਿੱਚ AD ਮੱਧਕਾ ਹੈ, ਬਿੰਦੂ B ਦੇ ਨਿਰਦੇਸ਼ਕ ਪਤਾ ਕਰਨੇ ਹੈ। ਤਾਂ ਬੱਚੋ ਸਾਨੂੰ ਇਸ ਸਵਾਲ ਦੇ ਵਿੱਚ ਕੀ ਹੈ ਜਿਹੜੀ AD ਕੀ ਹੈ ਮੱਧਕਾ ਹੈ, ਤਾਂ ਸਾਨੂੰ ਪਤਾ ਵੀ ਜੋ ਮੱਧਕਾ ਹੁੰਦੀ ਹੈ ਜਿਸ ਭੁਜਾ ਤੋਂ ਮੈਂ ਕੱਟ ਕਰਦੀ ਹੈ ਉਹਨੂੰ ਬਰਾਬਰ ਦੋ ਹਿੱਸਿਆਂ 'ਚ ਵੰਡਦੀ ਹੈ, ਜਾਣੀ ਕਿ D ਕੀ ਹੈ ਮੱਧ ਬਿੰਦੂ ਤੇ ਪਿਆ ਹੈ। ਮੰਨ ਲਓ B ਦੇ ਕੋਆਰਡੀਨੇਟ ਕੀ ਹੈ ਬੱਚਿਓ XY ਆ, ਜਾਣੀ ਕਿ ਫਿਰ x ਪਲੱਸ 5/2 ਕਿਉਂਕਿ ਇਹ ਮੱਧ ਬਿੰਦੂ ਹੈ ਕਿਹਦੇ ਬਰਾਬਰ ਆ ਜਾਵੇਗਾ -5। ਇਸ ਤਰ੍ਹਾਂ y ਵਾਲਾ y 'ਚ ਅਸੀਂ ਦੇਖੋ ਆਹ y ਦੇ ਵਿੱਚ y ਵਾਲਾ ਜੋੜਿਆ y ਪਲੱਸ 5/2 ਬਰਾਬਰ -5 -10 ਤੇ 5 ਬੱਚੋ ਇੱਥੋਂ ਸਾਡੇ ਕੋਲ ਜਿਹੜਾ ਹੱਲ ਕਰਕੇ -15 ਆ ਜਾਵੇਗਾ, ਇੱਥੇ y ਦਾ ਮੁੱਲ -15 ਆ ਜਾਵੇਗਾ। ਬੱਚੋ ਬਿੰਦੂ ਕੀ ਬਣ ਗਿਆ -15 -15। ਕਿਹੜੇ ਆਪਸ਼ਨ 'ਚ ਹੈ ਆਪਸ਼ਨ A ਦੇ ਵਿੱਚ ਹੈ। 21ਵਾਂ ਪ੍ਰਸ਼ਨ ਬੱਚੋ ਜੇਕਰ ਤ੍ਰਿਭੁਜ ABC B ਤੇ ਸਮਕੋਣ ਹੈ ਤਾਂ A ਪਲੱਸ C ਦਾ ਮੁੱਲ ਕਿੰਨਾ ਹੋਵੇਗਾ। ਦੇਖੋ ਸਾਡੇ ਕੋਲ ਤ੍ਰਿਭੁਜ ਆ, ਦੇਖੋ ਬੱਚੋ ਇਸ ਪ੍ਰਕਾਰ ਇੱਥੇ ਸਮਕੋਣ ਕੋਣ ਕਿਹੜੇ ਕੋਣ ਤੇ ਸਮਕੋਣ ਆ ਜਾਣੀ ਕਿ B ਤੇ, ਤਾਂ ਆਹ ਕੋਣ A ਰਹਿ ਗਿਆ ਬੱਚਿਓ, ਆਹ ਕੀ ਰਹਿ ਗਿਆ C। ਹੁਣ ਬੱਚਿਓ ਆਹ ਡਿਗਰੀ ਸਾਡੇ ਕੋਲ ਕੀ ਕੋਣ 90 ਦਾ ਹੈ, ਤਾਂ ਸਾਨੂੰ ਪਤਾ ਤ੍ਰਿਭੁਜ ਦੇ ਤਿੰਨੇ ਕੋਣ 180 ਡਿਗਰੀ ਦੇ ਹੁੰਦੇ ਹਨ, ਤਾਂ ਹੁਣ A ਤੇ ਪਲੱਸ C ਕਿੰਨੇ ਰਹਿ ਜਾਣਗੇ 90 ਦੇ। ਠੀਕ ਆ ਬੱਚਿਓ, ਜਾਣੀ ਕਿ ਇੱਥੇ ਸਾਡੇ ਕੋਲ ਮੁੱਲ ਕਿੰਨਾ ਹੋ ਗਿਆ sin 90 ਡਿਗਰੀ, ਤਾਂ sin 90 ਕਿੰਨਾ ਦਾ ਬੱਚਿਓ 1, ਤਾਂ ਆਪਸ਼ਨ B ਸਾਡੇ ਕੋਲ ਇਸ ਦਾ ਕੀ ਹੈ ਸਹੀ ਉੱਤਰ ਹੈ। ਬੱਚਿਓ 22ਵਾਂ ਪ੍ਰਸ਼ਨ ਆ sin A ਮਾਈਨਸ B ਬਰਾਬਰ 1/2 cos A ਪਲੱਸ B ਬਰਾਬਰ 1/2, ਤਾਂ A ਅਤੇ B ਦਾ ਮੁੱਲ ਪਤਾ ਕਰੋ। ਹੁਣ ਬੱਚਿਓ ਅਸੀਂ ਦੇਖਣਾ ਹੈ ਵੀ sin 1/2 ਕਦੋਂ ਹੁੰਦਾ ਗਾ, ਤਾਂ ਬੱਚਿਓ sin 1/2 ਕਿੰਨੇ ਡਿਗਰੀ ਤੇ ਹੁੰਦਾ ਗਾ 30 ਡਿਗਰੀ ਤੇ, ਜਾਣੀ ਕਿ ਫਿਰ A ਤੇ B ਕਿੰਨਾ ਗਾ 30 ਡਿਗਰੀ, ਤੇ cos 1/2 ਬੱਚਿਓ ਕਿੰਨੇ ਡਿਗਰੀ ਤੇ ਹੁੰਦਾ ਗਾ 60 ਤੇ, ਜਾਣੀ ਕਿ ਜਿਹੜਾ A ਪਲੱਸ B ਕੀ ਹੈਗਾ 60। ਇਸ ਵਿੱਚ ਆਪਾਂ ਦੋਨਾਂ ਨੂੰ ਜੋੜਤਾ 2A ਆ ਗਿਆ, ਇਹ ਤੇ ਕਿੰਨਾ ਬਣੇਗਾ ਬੱਚਿਓ 90, ਤਾਂ ਇਹ ਸਾਡੇ ਕੋਲ ਕਿੰਨਾ ਆ ਗਿਆ 45, ਤਾਂ B ਕਿੰਨਾ ਜਾ ਸਾਡੇ ਕੋਲ ਆ ਜਾਵੇਗਾ ਫਿਰ ਬੱਚਿਓ B ਸਾਡੇ ਕੋਲੇ 15 ਆ ਜਾਵੇਗਾ, ਜਾਣੀ ਕਿ ਸਾਡੇ ਕੋਣ ਹੈਗੇ 45 ਤੇ 15, ਜਾਣੀ ਕਿ ਆਪਸ਼ਨ ਬੱਚਿਓ A ਦੇ ਵਿੱਚ ਹੈ। 23ਵਾਂ ਪ੍ਰਸ਼ਨ ਹੈ ਬੱਚਿਓ ਜੇਕਰ cos ਥੀਟਾ ਬਰਾਬਰ ਹੈ ਵਰਗਮੂਲ 3/2 ਤਾਂ ਥੀਟਾ ਦਾ ਮੁੱਲ ਹੋਵੇਗਾ। ਬੱਚੋ ਕੁਛ ਨਹੀਂ ਅਸੀਂ ਦੇਖਣਾ ਵੀ cos ਥੀਟਾ ਦਾ ਮੁੱਲ ਵਰਗਮੂਲ 3/2 ਕਦੋਂ ਹੁੰਦਾ ਹੈ। ਬੱਚਿਓ ਕਿੰਨੇ ਡਿਗਰੀ ਤੇ ਹੁੰਦਾ cos ਦਾ ਮੁੱਲ 3/2, ਸੋਚੋ ਕਿੰਨੇ ਹੁੰਦਾ ਗਾ 30 ਡਿਗਰੀ ਤੇ। 24ਵਾਂ ਪ੍ਰਸ਼ਨ ਹੈ ਕੋਸਿਕੈਂਟ ਸਕੁਆਇਰ -1 ਬਰਾਬਰ ਹੈ, ਸਾਡੇ ਕੋਲ ਆਪਸ਼ਨ ਆ tan ਸਕੁਆਇਰ -tan ਸਕੁਆਇਰ, ਸੀਕੈਂਟ ਸਕੁਆਇਰ, cot ਸਕੁਆਇਰ ਥੀਟਾ। ਠੀਕ ਹੈ ਬੱਚਿਓ, ਤਾਂ ਸਾਡੇ ਕੋਲ ਫਾਰਮੂਲਾ ਹੁੰਦਾ ਇੱਕ 1 ਪਲੱਸ cot ਸਕੁਆਇਰ ਥੀਟਾ, ਜੋ ਕਿਹਦੇ ਬਰਾਬਰ ਹੁੰਦਾ ਹੈ ਕੋਸਿਕੈਂਟ ਸਕੁਆਇਰ ਥੀਟਾ ਦੇ ਬਰਾਬਰ ਹੁੰਦਾ ਹੈ। ਠੀਕ ਹੈ, ਤਾਂ 1 ਆਪਾਂ ਇੱਧਰ ਲੈ ਜਾਵਾਂਗੇ, ਸਾਡੇ ਕੋਲ ਕੀ ਬਣ ਜੂਗਾ ਕੋਸਿਕੈਂਟ ਸਕੁਆਇਰ ਥੀਟਾ -1 ਬਰਾਬਰ ਹੈ cot ਸਕੁਆਇਰ ਥੀਟਾ, ਜਾਣੀ ਕਿ ਬੱਚੋ ਇਹਦਾ ਆਪਸ਼ਨ ਕੀ ਹੈਗਾ cot ਸਕੁਆਇਰ ਥੀਟਾ। 25ਵਾਂ ਪ੍ਰਸ਼ਨ ਹੈ ਬੱਚਿਓ ਥੀਟਾ ਦੇ ਵਧਣ ਨਾਲ ਸਾਈਨ ਥੀਟਾ ਦਾ ਮੁੱਲ ਡੈਸ਼ ਹੈ, ਜਿੱਥੇ ਥੀਟਾ ਦੀ ਵੈਲਿਊ 0 ਤੋਂ 90 ਡਿਗਰੀ ਹੈ, the value of sin theta ਡੈਸ਼ ਇਨਕਰੀਜ਼, ਜਾਣੀ ਦੱਸਣਾ ਵੀ ਸਾਈਨ ਥੀਟਾ ਦਾ ਮੁੱਲ ਜੇ ਥੀਟਾ ਵੱਧਦਾ ਗਾ ਤਾਂ ਸਾਈਨ ਥੀਟਾ ਦਾ ਮੁੱਲ ਵੱਧਦਾ ਹੈ ਘਟਦਾ ਹੈ, ਪਹਿਲਾਂ ਘਟਦਾ ਹੈ ਫਿਰ ਵੱਧਦਾ ਹੈ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਅਸੀਂ ਦੇਖਿਆ ਬੱਚੋ ਸਾਈਨ 0 ਤੇ ਕਿੰਨਾ ਦਾ ਬੱਚੇ ਵੈਲਿਊ ਦੀ 0 ਹੁੰਦੀ ਹੈ, ਸਾਈਨ 90 ਤੇ ਕਿੰਨੀ ਹੁੰਦੀ ਹੈ 1। ਠੀਕ ਹੈ, ਇਸ ਤਰ੍ਹਾਂ ਜਿਹੜਾ ਸਾਡੇ ਕੋਲ ਸਾਈਨ 30 ਹੁੰਦਾ 1/2, ਇਸ ਤਰ੍ਹਾਂ ਯਾਨੀ ਕਿ ਮੁੱਲ ਬੱਚੇ ਦਾ ਕੀ ਹੈਗਾ ਵੱਧਦਾ ਹੈ, ਵੀ ਜਿਵੇਂ ਜਿਵੇਂ ਥੀਟਾ ਵੱਧਦਾ ਹੈ ਉਵੇਂ ਉਵੇਂ ਜਿਹੜਾ ਸਾਈਨ ਦਾ ਮੁੱਲ ਕੀ ਆ ਉਹ ਵੱਧਦਾ ਜਾਂਦਾ ਹੈ, ਯਾਨੀ ਕਿ ਥੀਟਾ ਦੇ ਵਧਣ ਨਾਲ ਸਾਈਨ ਥੀਟਾ ਦਾ ਮੁੱਲ ਵੱਧਦਾ ਹੈ।
साडे कोल जिहड़ा ऑप्शन ए है बच्चों वो इस प्रश्न वास्ते सही है। जो सानूं दिता है tan a बराबर 4/3 तां sin a दा मुੱਲ पता करो। बच्चों सानूं देखो ਆਪਾਂ ਜੇ ਕੋਣ ਬਣਾ ਕੇ ਇਸ ਤਰ੍ਹਾਂ ਕੋਣ ਬਣਾ ਕੇ ਸਮਝ ਸਕਦੇ ਦੇਖੋ tan ਅਸੀਂ ਇੱਥੇ ਜਿਹੜਾ ਕੋਣ a ਲੈ ਲਿਆ ਹੈ ਇੱਥੇ ਕੋਈ ਮਰਜ਼ੀ ਕੋਣ ਰੱਖ ਲਓ ਠੀਕ ਹੈ 90 ਹੈ ਤਾਂ ਸਾਡੇ ਕੋਲ tan a ਹੈ ਦੇਖੋ tan ਕੀ ਹੁੰਦਾ ਸਾਡੇ ਕੋਲ ਬੱਚਿਓ bc ਬਟਾ ac ਤਾਂ tan a ਦਾ ਮੁੱਲ ਹੋ ਗਿਆ bc ਬਟਾ ab ਬੱਚਿਓ ਕੀ ਬਰਾਬਰ ਆ 4/3 ਜਾਣੀ ਕਿ ਇਸ ਭੁਜਾ ਮੰਨ ਕੇ ਚੱਲ ਗਏ ਵੀ 4 ਇਹ 3 ਠੀਕ ਹੈ ਨਾ ਇਸ ਤਰ੍ਹਾਂ ਰੇਸ਼ੋ ਦੇ ਵਿੱਚ ਮੰਨਾਂਗੇ ਆਪਾਂ ਤਾਂ ਇਹ ਸਾਡੇ ਕਿੰਨਾ ਆ ਜਾਵੇਗਾ 5 ਠੀਕ ਹੈ क्योंकि बच्चों से एग्जैक्ट लेना था के लेके मानना है ठीक है तो आप शॉर्टकट मेथड ना करना है तो डायरेक्टली आप प्रोसैस पूरा मतलब बड़ा लेंथी सवाल करने की जरूरत नहीं है तो इन्हू 4 रेशो मान लें 3 तो आ साडे कोले पाइथागोरस ला कितना आ जाएगा 5 हुण साइन पता करना बच्चों तो साइन का मुल की हुंदा है लंब बटा कर्ण यानी कि BC बटे AC यानी कि 4/5 तो किहड़े ऑप्शन है बच्चों डी ऑप्शन। तो साढ़े को बच्चों 27वां प्रश्न है दिते गए चित्र विच PQ 8 सेंटीमीटर है OQ 6 सेंटीमीटर है OP का मुल पता करो। बच्चों PQ देखो आ PQ साढ़े को 8 सेंटीमीटर हो गया OQ ये साढ़े को 6 सेंटीमीटर हो गया यानी पता करना सी OP तो सानू बच्चे पता है भी PQ एक स्पर्श रेखा है OQ की है अर्ध व्यास है ਤਾਂ ਸਪਰਸ਼ ਰੇਖਾ ਦੇ ਅਰਧ ਵਿਆਸ ਦੇ ਵਿਚਾਲੇ ਵਿੱਚੋਂ ਕਿੰਨੇ ਡਿਗਰੀ ਦਾ ਕੋਣ ਬਣਦਾ ਹੈ 90 ਡਿਗਰੀ ਦਾ ਤਾਂ ਸਾਡੇ ਕੋਲ ਜਿਹੜੀ ਤਕੋਣ ਬਣ ਗਈ ਸਾਡੇ ਕੋਲੇ OPQ ਕਿਹੜੀ ਬਣ ਗਈ ਬੱਚਿਓ ਸਮ ਕੋਣੀ ਤਾਂ ਆਹ ਭੁਜਾ ਕੀ ਬਣ ਗਈ ਬੱਚਿਓ ਕਰਨ ਠੀਕ ਹੈ ਇਹਨੂੰ ਅਸੀਂ ਆਧਾਰ ਜਾਂ ਲੰਬ ਕੋਈ ਵੀ ਲੈ ਸਕਦੇ ਹਾਂ ਤਾਂ ਇੱਥੇ ਅਸੀਂ ਪਾਈਥਾਗੋਰਸ ਥਿਓਰਮ ਦੀ ਵਰਤੋਂ ਕਰਕੇ ਜਿਹੜਾ OP ਉਹ ਪਤਾ ਕਰ ਸਕਦੇ ਹਾਂ OP ਦਾ ਵਰਗ ਸਾਡੇ ਕੋਲ ਬੱਚਿਓ ਆ ਗਿਆ OQ का वर्ग प्लस PQ का वर्ग ठीक है बच्चे साढ़े को 6 का वर्ग ये साढ़े को 8 का वर्ग तो 36 प्लस 64 बच्चों कितना आ गया 100 आप लिख सकते हैं 10 का वर्ग दोनों पासे वर्ग है यानी कि OP का वर्ग बराबर है 10 का वर्ग तो आप शॉर्टकट लिख सकते हैं OP बराबर है 10 यानी कि ऑप्शन सी बच्चे का की है सही उत्तर है। बच्चों साढ़े को 28वां प्रश्न है ਚੱਕਰ ਦੇ ਅੰਦਰ ਇੱਕ ਬਿੰਦੂ P ਤੋਂ ਚੱਕਰ ਤੇ ਸਪਰਸ਼ ਰੇਖਾਵਾਂ ਦੀ ਗਿਣਤੀ ਡੈਸ਼ ਹੁੰਦੀ ਹੈ देयर आर occasion to a circle passing through a point lying inside the circle यानी कि बच्चे प्रश्न ਚ ਇਹ ਪੁੱਛਿਆ ਗਿਆ ਵੀ ਜੇਕਰ ਚੱਕਰ ਦੇ ਅੰਦਰ ਕੋਈ ਬਿੰਦੂ ਹੈ ਇਹ ਸਾਡੇ ਕੋਲੇ ਇੱਕ ਚੱਕਰ ਹੈ ਮੰਨ ਲਓ ਇਸ ਦਾ ਕੇਂਦਰ ਹੈ ਉਹ ਉਹਦੇ ਅੰਦਰ ਕੋਈ ਬਿੰਦੂ ਹੈ इथों आप स्पर्श रेखावां खिंचना देखो आप स्पर्श रेखा खिंचते हैं इस तरह खिंची इधर खिंचने की कोशिश की थी तो असं स्पर्श रेखा खिंच नहीं सकते क्योंकि बच्चे साढ़े को स्पर्श रेखा होंगी आ वो चक्कर करती आ एक बिंदु ते स्पर्श करती है बार बार ठीक है तो इतने आप करा ये करूगी बच्चे घट करूगी ठीक है स्पर्श होनी चाहिए है तो असी जेकर अंदरले बिंदु तो कोई स्पर्श रेखा के बच्चों कोशिश करते हैं तो असं कोई भी स्पर्श रेखा चक्कर के अंदरले बिंदु तो नहीं खिंच सकते इस करके यदा ऑप्शन की है बच्चों ऑप्शन ए 0। 29वां सवाल है बच्चों जेकर TP ਅਤੇ TQ ਕੇਂਦਰ O ਵਾਲੇ ਕਿਸੇ ਚੱਕਰ ਉੱਤੇ ਦੋ ਸਪਰਸ਼ ਰੇਖਾਵਾਂ ਇਸ ਤਰ੍ਹਾਂ ਹਨ ਕਿ ਕੋਣ POQ 110 डिग्री है तो कोण PTQ बराबर है ठीक है बच्चों तो उस तरह देखो साढ़े को की है एक इस तरह चक्कर बनया है चक्कर के साढ़े को दो स्पर्श रेखावां बच्चों इस तरह से स्पर्श रेखावां बना लेंगे हैं ठीक है ये साढ़े को बिंदु है ये बिंदु किहड़ा बच्चों साढ़े को हुण देखो केंद्र बच्चों चक्कर का क्या आ गया O पहला O ले लेने हुण T पे ते TQ यानी कि ये बिंदु पर साढ़े को T है एक पासे स्पर्श रेखा PT है एक पासे की है TQ है तो बच्चों हुण आपां इहनूं इहदे नाल मिला लिया इहनूं इहदे नाल मिला लिया तो सानूं तां कोण POQ देखो आ कोण बन गया POQ कितना था बच्चों 110 डिग्री तो कौन पता करना सी देखो P
पी क्यू यानी कि आ कोण पता करना है। बच्चों सानू पता भी आ स्पर्श रेखा ਅਤੇ ਇਹਦਾ ਅਰਧ ਵਿਆਸ ਦੇ ਵਿਚਾਲੇ ਕੋਣ ਕਿੰਨਾ ਹੁੰਦਾ 90 ਡਿਗਰੀ। ਆਹ ਕੋਣ ਵੀ ਕਿੰਨਾ ਹੋ ਗਿਆ 90 ਡਿਗਰੀ। ਦੇਖੋ ਸਾਨੂੰ ਤਿੰਨ ਕੋਣ ਪਤਾ ਲੱਗ ਗਏ। ਹੁਣ ਦੇਖੋ ਜੀ ਪੀ ਓ ਕਿਊ ਟੀ ਕੀ ਹੈ ਬੱਚਿਓ ਇੱਕ ਚਤੁਰਭੁਜ ਹੈ। ਤਾਂ ਚਤੁਰਭੁਜ ਦੇ ਚਾਰੇ ਕੋਣਾਂ ਜੋੜ ਕਿੰਨੇ ਹੁੰਦਾ ਗਾ 180 ਡਿਗਰੀ। ਠੀਕ ਹੈ ਤਾਂ ਤਿੰਨ ਕੋਣ ਸਾਨੂੰ ਪਤਾ ਲੱਗ ਗਏ। ਦੇਖੋ 90 ਤੇ 100 200 290 यानी कि 300 सॉरी बच्चे बच्चे थोड़ा 360 लिखना है। ਤਾਂ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ 360 ਡਿਗਰੀ ਹੁੰਦਾ ਹੈ। ਠੀਕ ਹੈ ਧਿਆਨ ਨੋਟ ਕਰੋ ਗਲਤੀ ਨਾਲ 180 ਡਿਗਰੀ ਗਿਆ ਹੈ। ਠੀਕ ਹੈ ਨਾ ਉਹ ਆਪਣੇ ਤ੍ਰਿਭੁਜ ਦਾ ਹੁੰਦਾ ਹੈ। ਤਾਂ 360 ਡਿਗਰੀ ਤਾਂ 360 ਦੇ ਵਿੱਚੋਂ ਅਸੀਂ ਕਿੰਨਾ ਘਟਾਇਆ 270 ਡਿਗਰੀ 290 ਡਿਗਰੀ ਸੌਰੀ ਬੱਚੋ। ਤਾਂ ਇਹ ਸਾਡੇ ਕੋਲ 0 7 ਠੀਕ ਹੈ ਸਾਡੇ ਕੋਲ ਆਂਸਰ ਆ ਜਾਣਾ ਗਾ 70 ਡਿਗਰੀ। ਠੀਕ ਹੈ ਬੱਚੋ ਲੱਗ ਗਿਆ ਪਤਾ ਨਾ। ਸਾਡੇ ਕੋਲ ਪੀ ਓ ਕਿਊ ਟੀ ਕੀ ਚਤੁਰਭੁਜ ਹੈ। ਚਤੁਰਭੁਜ ਦੇ ਚਾਰੇ ਕੋਣਾਂ ਜੋੜ 360 ਡਿਗਰੀ ਹੁੰਦਾ ਹੈ। ਠੀਕ ਹੈ ਤਾਂ ਤਿੰਨ ਕੋਣ ਸਾਨੂੰ ਉਸਦੇ ਪਤਾ ਲੱਗ ਚੁੱਕੇ ਆ। ਅਸੀਂ ਉਹਨਾਂ ਦਾ ਜੋੜ ਕੀਤਾ 90 110 ਤੇ 90 ਇਹ ਸਾਡੇ ਕੋਲ ਬਣਦਾ ਗਾ 290 ਡਿਗਰੀ। ਤਾਂ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੁੰਦਾ 360 ਡਿਗਰੀ। ਠੀਕ ਹੈ ਤਾਂ 360 ਤੋਂ 290 ਘਟਾਇਆ ਸਾਡੇ ਕੋਲ ਆ ਗਿਆ 70 ਡਿਗਰੀ। ਤਾਂ ਇਹ ਆਪਸ਼ਨ ਬੀ ਦੇ ਵਿੱਚ ਹੈ। ਤੀਵਾਂ ਪ੍ਰਸ਼ਨ ਬੱਚਿਓ ਚੱਕਰ ਅਤੇ ਉਸ ਦੀ ਸਪਰਸ਼ ਰੇਖਾ ਦੇ ਸਾਂਝੇ ਬਿੰਦੂ ਨੂੰ ਕਹਿੰਦੇ ਹਨ। The point common to circle and tangent of a circle is called ਜਾਣੀ ਸਾਡੇ ਕੋਲ ਜੋ ਚੱਕਰ ਹੈ ਤੇ ਉਹਦੀ ਸਪਰਸ਼ ਰੇਖਾ ਠੀਕ ਹੈ ਉਹਦੇ ਜਿਹੜੇ ਸਾਂਝਾ ਬਿੰਦੂ ਹੁੰਦਾ ਅਸੀਂ ਉਸਨੂੰ ਕੀ ਬੋਲਦੇ। ਦੇਖੋ ਇਸ ਤਰ੍ਹਾਂ ਵੀ ਇਹ ਸਾਡੇ ਕੋਲ ਇੱਕ ਚੱਕਰ ਹੈ। ਚੱਕਰ ਦੇ ਕੋਈ ਇਹ ਸਪਰਸ਼ ਰੇਖਾ ਹੈ ਇਹ ਸਾਡੇ ਕੋਲੇ ਬਿੰਦੂ ਬਣ ਚੁੱਕਿਆ ਹੈ। ਤਾਂ ਅਸੀਂ ਇਸ ਬਿੰਦੂ ਨੂੰ ਕੀ ਕਹਿੰਦੇ ਦੇਖੋ ਸਿੰਪਲ ਹੈ ਚੱਕਰ ਨੂੰ ਸਪਰਸ਼ ਕਰਦਾ ਜੋ ਰੇਖਾ ਸਪਰਸ਼ ਕਰਦੀ ਹੈ ਉਹਦਾ ਬਿੰਦੂ ਆ। ਦੇਖੋ ਛੇਦਕ ਰੇਖਾ ਹੋ ਨਹੀਂ ਸਕਦੀ ਅਬਲੰਬ 90 ਵਾਲਾ ਨਹੀਂ ਹੈਗਾ ਬਿੰਦੂ ਤਾਂ ਵੈਸੇ ਹੈਗਾ ਗਾ ਲੇਕਿਨ ਵਧੀਆ ਨਾਂ ਕੀ ਹੈ ਬੱਚਿਓ ਸਪਰਸ਼ ਬਿੰਦੂ। ਕੀ ਆਪਸ਼ਨ ਹੈ ਬੱਚਿਓ ਦਾ ਸਪਰਸ਼ ਬਿੰਦੂ। ਤੀਵਾਂ ਪ੍ਰਸ਼ਨ ਹੈ ਬੱਚਿਓ ਜੇਕਰ ਇੱਕ ਚੱਕਰ ਦਾ ਪਰਿਮਾਪ ਅਤੇ ਖੇਤਰਫਲ ਸੰਖਿਆਤਮਕ ਰੂਪ ਵਿੱਚ ਬਰਾਬਰ ਹੈ ਤਾਂ ਉਸ ਚੱਕਰ ਦਾ ਅਰਧ ਵਿਆਸ ਕੀ ਹੋਵੇਗਾ। The perimeter and the area of circle are numerically equal then the radius of circle is ਕਿੰਨਾ ਹੈ 2 ਇਕਾਈਆਂ ਹੈ 5 ਇਕਾਈਆਂ ਹੈ 4 ਇਕਾਈਆਂ ਹੈ ਜਾਂ 7 ਇਕਾਈਆਂ ਹੈ। ਜਾਣੀ ਕਿ ਬੱਚੇ ਦੇਖੋ ਸਾਡੇ ਕੋਲੇ ਪਰਿਮਾਪ ਅਤੇ ਜੋ ਖੇਤਰਫਲ ਹੈ ਉਹ ਆਪਸ ਵਿੱਚ ਕੀ ਹੈ ਬੱਚਿਓ ਬਰਾਬਰ ਹੈ। ਆਪ यानी कि ਪੈਰੀਮੀਟਰ ਇਹ ਸਾਡੇ ਕੋਲ ਬੱਚਿਓ ਏਰੀਆ ਆ ਗਿਆ ਖੇਤਰਫਲ ਠੀਕ ਹੈ ਇਹ ਅਸੀਂ ਬਰਾਬਰ ਲਿਖ ਲੈਣਾ ਹੈ। ਮੰਨ ਲਓ ਚੱਕਰ ਦਾ ਜੋ ਅਰਧ ਵਿਆਸ ਹੈ ਕਿੰਨਾ ਮੰਨ ਲਿਆ ਆਪਾਂ r ਠੀਕ ਹੈ ਤਾਂ ਪੈਰੀਮੀਟਰ ਕੀ ਹੁੰਦਾ ਬੱਚਿਓ 2 ਪਾਈ r ਖੇਤਰਫਲ ਕੀ ਹੁੰਦਾ ਗਾ ਪਾਈ r ਦਾ ਵਰਗ। ਦੇਖੋ ਦੋਨੇ ਪਾਸੇ ਪਾਈ ਤਾਂ ਸਾਂਝਾ ਹੈ ਇਹ ਕੱਟਤਾ 2r ਦੇਖੋ ਇੱਧਰ r ਦਾ ਵਰਗ ਹੈ ਇਹਨੂੰ ਆਪਾਂ ਲਿਖ ਲਿਆ r ਗੁਣ r ਤਾਂ ਇੱਕ ਅਸੀਂ r ਨਾਲ ਫਿਰ ਕੈਂਸਲ ਕਰਤਾ ਤਾਂ ਜਾਣੀ ਕਿ r ਬਰਾਬਰ ਸਾਡੇ ਕੋਲ ਬੱਚਿਓ ਕਿੰਨਾ ਆ ਗਿਆ 2 ਇਕਾਈਆਂ ਠੀਕ ਹੈ। ਤਾਂ ਕਿਹੜੇ ਆਪਸ਼ਨ ਤੇ ਬੱਚਿਓ ਆਪਸ਼ਨ ਏ ਦੇ ਵਿੱਚ ਸਾਡੇ ਕੋਲ ਹੈਗਾ ਇਹ ਆਨਸਰ ਠੀਕ ਹੈ ਬੱਚਿਓ। ਤਾਂ ਬੱਚਿਓ ਜਿਹੜੇ ਪ੍ਰਸ਼ਨ ਤੁਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਠੀਕ ਹੈ। ਤਾਂ ਪੇਪਰ ਵਿੱਚ ਆਪਾਂ ਜਿਹੜੇ MCQ ਉਹ ਵੀ ਇਸ ਤਰ੍ਹਾਂ ਹੀ ਕਰਨੇ ਹਨ ਕਿਉਂਕਿ ਤੁਹਾਡੇ ਜੋ ਪੇਪਰ ਦਾ ਸਮਾਂ ਹੈ ਲਗਭਗ 90 ਮਿੰਟ ਹੈ। ਤਾਂ ਸਾਨੂੰ ਜੋ ਇੱਕ ਪ੍ਰਸ਼ਨ ਵਾਸਤੇ ਦੇਖੋ ਸਾਡੇ ਪੇਪਰ ਦੇ ਵਿੱਚ ਕਿੰਨੇ ਪ੍ਰਸ਼ਨ ਹੋਣੇ ਹੈਗੇ 40 ਸਾਡੇ ਕੋਲੇ ਪ੍ਰਸ਼ਨ ਹੋਣੇ ਹਨ ਠੀਕ ਹੈ। ਜੋ ਸਾਡੇ ਕੋਲ ਦੇਖੋ ਸਮਾਂ ਕਿੰਨਾ ਹੈ 90 ਮਿੰਟ ਠੀਕ ਹੈ ਬੱਚਿਓ 90 ਮਿੰਟ ਸਮਾਂ ਹੈ। ਜੇ ਅਸੀਂ ਇੱਕ ਪ੍ਰਸ਼ਨ ਦੀ ਐਵਰੇਜ ਕੱਢਣ ਦੀ ਕੋਸ਼ਿਸ਼ ਕਰੀਏ ਤਾਂ ਸਾਡੇ ਕੋਲੇ 2 ਮਿੰਟ ਯਾਨੀ ਕਿ 2 ਮਿੰਟ ਤੇ ਜਿਹੜਾ 15 ਸੈਕਿੰਡ ਦਾ ਸਮਾਂ ਜੇ ਆਪਾਂ ਕਹਿ ਦਈਏ ਵੀ ਸਮਾਂ 2.25 ਮਿੰਟ ਸਾਨੂੰ ਜਿਹੜੇ ਇੱਕ ਪ੍ਰਸ਼ਨ ਕਰਨ ਵਾਸਤੇ ਪੇਪਰ ਦੇ ਵਿੱਚ ਉਪਲਬਧ ਹਨ ਤਾਂ ਅਸੀਂ ਆਰਾਮ ਨਾਲ ਪੇਪਰ ਨੂੰ ਉਹ ਕਰ ਸਕਦੇ ਹਾਂ। ਕਿਉਂਕਿ ਬੱਚੇ ਜਿਹੜੇ ਕਈ ਪ੍ਰਸ਼ਨ ਆਗੇ ਉਹ ਲੈਂਥੀ ਹੁੰਦੇ ਆ ਉਹਨਾਂ ਦਾ ਸਮਾਂ ਵੱਧ ਵੀ ਲੱਗ ਸਕਦਾ ਹੈ 3 ਮਿੰਟ ਵੀ ਲੱਗ ਸਕਦੇ ਆ 4 ਮਿੰਟ ਵੀ ਲੱਗ ਸਕਦੇ ਆ। ਕਈ ਸਾਡੇ ਕੋਲ ਪ੍ਰਸ਼ਨ ਅਸੀਂ ਅੱਧੇ ਮਿੰਟ ਦੇ ਵਿੱਚ ਜਿਹੜੇ ਹੈਗੇ ਆ ਉਹ ਕਰ ਸਕਦੇ ਹਾਂ। ਹੁਣ ਬੱਚਿਓ ਅਸੀਂ 32ਵਾਂ ਪ੍ਰਸ਼ਨ ਕਰਦੇ ਹਾਂ
अर्ध व्यास आर वाले चक्कर दे अर्धव्यासी खंड का खेत्रफल जिसका कोण पी डिग्री है हेठ लिखे अनुसार है। एरिया ऑफ सैक्टर ऑफ एंगल पी डिग्री ऑफ सर्कल विद रेडियस आर। ठीक है बच्चों, यानी कि अर्धव्यासी खंड का जो खेत्रफल है वो पूछा गया है। ठीक है ना, ये साढ़े को की है चक्कर है ये इस तरह से। ठीक है बच्चों, ये साढ़े को अर्धव्यास जो खंड है वो सैक्टर यानी कि को ए आ गया है। ठीक है, इसका अर्धव्यास कितना है आर, जो केंद्र ते इस तरह बच्चों कोण बनया की है वो पी डिग्री है। असी इसका खेत्रफल पता करना है तो बच्चों की होंदा है थीटा बटे 360 गुणा पाई आर दा वर्ग। ਹੁਣ ਅਸੀਂ ਦੇਖੋ ਬੱਚੇ ਇਹ ਆਪਸ਼ਨ ਆ, ਇਹ ਆਪਸ਼ਨ ਸਾਨੂੰ ਕਿਸੇ ਵੀ ਪ੍ਰਸ਼ਨ ਆਪਸ਼ਨ ਦੇ ਵਿੱਚ ਨਹੀਂ ਦਿਖ ਰਿਹਾ ਪੂਰਾ। ਦੇਖੋ ਇੱਥੇ 180 ਹੈ 360 ਹੈ, देखो 2 पाई आर है, ये ऑप्शन नहीं हो सकता। पी बटे 360 आ, लेकिन अपन लिखो क्योंकि साढ़े कोल पी की सॉरी थीटा की है पी है तो इनू आप इस तरह भी लिख सकते हैं। देखो जो कोण थीटा बच्चों वो कि पी डिग्री है। ठीक है, इसे 2 पाई आर है साढ़े को होना चाहिए पाई आर स्केयर, ये भी कैंसिल हो गया। हम देखो एच पाई आर स्केयर लेकिन इतने बटे की है 180 है 360 नहीं है, ये भी ऑप्शन कैंसिल हो गया। साढ़े को यही ऑप्शन आ आप दोनों कट के देखिए बटो कितना आ गया 360 डिग्री। तो इस करके ऑप्शन डी है बच्चों इस प्रश्न का सही उत्तर है। बच्चों 33वां प्रश्न आप देखते हैं, दीर्घ चक्रखंड का क्षेत्रफल बराबर लघु चक्रखंड का क्षेत्रफल यानी कि एरिया ऑफ मेजर सेगमेंट इक्वल टू खाली था फिल द ब्लैंक्स वाला साढ़े को एरिया ऑफ माइनर सेगमेंट। तो सारे के बच्चे ऑप्शन है अर्धव्यासी खंड एरिया ऑफ सैक्टर, अर्ध चक्र का क्षेत्रफल एरिया ऑफ सेमी सर्कल, चक्कर का क्षेत्रफल एरिया ऑफ सर्कल। तो बच्चों आप समझने की कोशिश करते हैं भी इस प्रश्न की है। साढ़े को देखो साढ़े को इस तरह एक चक्कर है, ठीक है बच्चों, तो सानू ਉਹਦੇ ਵਿੱਚ देखो दीर्घ चक्रखंड का क्षेत्रफल। तो देखो ਅਸੀਂ इस तरह दो भाग ਵਿੱਚ ਚੱਕਰ ਦੇ ਹੋ ਇਹ ਸਾਡੇ ਕੋਲ ਕੀ ਹੈ, देखो मान लो ये ਸਾਡੇ ਕੋਲ ਕੀ ਆ लघु चक्कर, लघु चक्कर खंड बच्चों आ की साढ़े को दीर्घ चक्कर खंड। ठीक है बच्चों, यानी कि मेजर सेगमेंट ये साढ़े को माइनर सेगमेंट। देखो साढ़े को है ਇਹਦਾ ਖੇਤਰਫਲ, ਇਹਦਾ ਖੇਤਰਫਲ ਕਿਹਦੇ ਬਰਾਬਰ है, देखो ਅਸੀਂ ਸਾਰੇ ਚੱਕਰ ਦੇ ਖੇਤਰਫਲ ਦੇ ਵਿੱਚੋਂ ਜੇ ਆਹ ਭਾਗ ਘਟਾ ਦੇਂਗੇ ਤਾਂ ਸਾਡੇ ਕੋਲ ਆਹ ਭਾਗ ਆ ਜਾਣਾ ਹੈ। यानी कि ਅਸੀਂ ਜੇਕਰ ਚੱਕਰ ਦਾ ਖੇਤਰਫਲ यानी कि ਇੱਥੇ के बच्चों की आएगा ਚੱਕਰ ਦਾ ਖੇਤਰਫਲ यानी कि एरिया ऑफ सर्कल माइनस एरिया ऑफ माइनर सेगमेंट किहदे बराबर है एरिया ऑफ मेजर सेगमेंट दीर्घ चक्कर खंड का क्षेत्रफल। बच्चों सारे को 34वां प्रश्न है, फाइंड द एरिया ऑफ द शेडेड रीजन if PQ is 8 cm, PR is 6 cm and O is center of the circle। चित्र ਵਿੱਚ ਛਾਂ ਵਾਲੇ ਖੇਤਰ ਦਾ ਖੇਤਰਫਲ ਲੱਭੋ ਜੇਕਰ PQ 8 cm है, PR 6 cm है ਤੇ O ਚੱਕਰ ਦਾ ਕੇਂਦਰ ਹੋਵੇ। ਬੱਚੋ ਸਾਡੇ ਕੋਲ ਜੋ O ਹੈ ਇਹ ਚੱਕਰ ਦਾ ਕੇਂਦਰ ਹੈ। ठीक है, जो PR है ਸਾਨੂੰ ਇਹ ਦਿੱਤਾ ਸਾਡੇ ਕੋਲ 6, ਸਾਡੇ ਕੋਲ जो PQ है ਇਹ PQ ਸਾਨੂੰ ਦਿੱਤਾ ਹੈਗਾ 8, ਕਿੰਨਾ ਤਾਂ ਬੱਚਿਓ 8। ठीक है बच्चों, ਹੁਣ देखो ਅਸੀਂ ਦੇਖ ਜਿਹੜਾ ਇਹ ਕੋਣ ਹੈ, देखो ਇਹ ਕਿੱਥੇ ਬਣਿਆ ਹੈ अर्ध चक्कर से बनया कोण है, यानी कि पी कोण ਵਿੱਚ ਕਿੱਥੇ ਬਣਿਆ ਹੈ अर्ध ਚੱਕਰ ਵਿੱਚ। ਤਾਂ ਸਾਨੂੰ ਪਤਾ ਬੱਚਿਓ अर्ध ਚੱਕਰ ਵਿੱਚ ਬਣਿਆ ਕੋਣ ਕਿੰਨੇ ਡਿਗਰੀ ਦਾ ਹੁੰਦਾ ਹੈਗਾ 90 डिग्री ਦਾ, यानी कि ਇਹ ਕੋਣ ਗਿਆ ਸਾਡੇ ਕੋਲੇ 90 डिग्री ਦਾ है। इस तरह बच्चों ਸਾਡੇ ਕੋਲ जो त्रिभुज है देखो पी क्यू आर ये की है समकोणी त्रिभुज है। ठीक है, तो ਸਾਡੇ ਕੋਲ जो आर क्यू आ जाएगा ਇਹਦਾ वर्ग किहदे बराबर आ जाएगा ਸਾਡੇ ਕੋਲੇ आरपी ਦਾ वर्ग प्लस पी क्यू ਦਾ वर्ग या पी आर कह सकते बच्चों। ठीक है, तो ये ਸਾਡੇ ਕੋਲ नहीं है 6 सेंटीमीटर है, ये ਸਾਡੇ ਕੋਲੇ 8 सेंटीमीटर यानी कि 36 + 64 100 आ गया
बच्चों 100 ਨੂੰ ਆਪਾਂ ਲਿਖਿਆ 10 वर्ग 10 ਸਕੁਅਰ, ठीक है। ਤਾਂ ਇਸ ਤਰ੍ਹਾਂ ਸਾਡੇ ਕੋਲ ਜਿਹੜਾ ਆਰ ਕਿਊ ਹੈ ਕਿੰਨਾ ਆ ਜਾਵੇਗਾ 10 ਸੈਂਟੀਮੀਟਰ, ਜਾਣੀ ਕਿ ਇਹ ਸਾਡੇ ਕੋਲੇ 10 ਸੈਂਟੀਮੀਟਰ ਹੈ, ਜਾਣੀ ਕਿ ਪੂਰਾ व्यास है। तो ये कितना रह जाएगा हमारे को 5, ये भी कितना रह जाएगा 5, ठीक है बच्चों। तो इस तरह हमारे को जो चक्कर का अर्ध व्यास कितना है वो 5 है, ठीक है बच्चों। तो हम आप इसनों देखते हैं मटेरियल बच्चों आप तो सारे को इस तरह सॉल्व करके साढ़े को जो चक्कर का अर्ध व्यास है बच्चों वो 5 आ गया सी। असी इस भाग का जो छां वाला भाग है ਇਹਦਾ ਖੇਤਰਫਲ पता करना है। तो बच्चों असी ਹੁਣ देखो ये अद्धा चक्कर है, अद्धे चक्कर ਦੇ ਵਿੱਚੋਂ ਜੇਕਰ ਅਸੀਂ ਇਸ त्रिकोण ਦਾ ਖੇਤਰਫਲ ਘਟਾ ਦੇਾਂਗੇ ਸਾਡੇ ਕੋਲ ਇਸ ਭਾਗ ਦਾ ਖੇਤਰਫਲ ਆ ਜਾਵੇਗਾ। ਤਾਂ ਅੱਧੇ ਚੱਕਰ ਦਾ ਖੇਤਰਫਲ ਬੱਚੋ 1/2 ਪਾਈ ਆਰ ਦਾ ਵਰਗ ਮਾਈਨਸ त्रिकोण ਜਿਹੜੀ ਸਾਡੇ ਕੋਲੇ ਆਰ ਜਾਂ ਪੀ ਆਰ ਕਿਊ ਹੈ ਇਹਦਾ ਜਿਹੜਾ ਖੇਤਰਫਲ ਆ ਬੱਚੇ ਉਹ ਅਸੀਂ ਮਾਈਨਸ ਕਰ ਦੇਵਾਂਗੇ। ਆਪ ਚਲੋ 1/2 ਇਹਨੂੰ ਆਪਾਂ ਲਿਖਾਂਗੇ 22/7 ਆ ਸਾਡੇ ਕੋਲੇ 5 ਗੁਣਾ 5 ਆ ਗਿਆ ਹੈ माइनस त्रिकोण का क्षेत्रफल जो क्योंकि त्रिकोण की है समकोणी है 1/2 आपका आधार बन गया लंब बन गया ये साढ़े को 6 है ये साढ़े को 8 है 6 गुणा 8 हाँ बच्चों इस कटिया 11 से 11 ਨੂੰ 25 ना करांगे बच्चों कितना जा साढ़े को 11 गुणा 25 देखो 25 25 यानी कि 5 7 2 275/7 ਇਹਨੂੰ ਕੱਟਿਆ ਬੱਚੋ ਆਪਾਂ 3 ਤੇ 8 दिया 24 275 बच्चों एलसीएम लेके हल करते हैं 24 7 सच होगा 28 14 से 2 16/7 बच्चों कितना का 275 160 कटे माइनस 107/7 ये साढ़े को बच्चों ऑप्शन 107/7 सेंटीमीटर वर्ग ਕਿਹੜੇ ਆਪਸ਼ਨ 'ਚ ਹੈ ਆਪਸ਼ਨ ਸੀ ਦੇ ਵਿੱਚ ਹੈ। ਤਾਂ ਦੇਖੋ ਬੱਚੇ ਲੈਂਥੀ ਸਵਾਲ ਸੀਗਾ ਸਾਡੇ ਕੋਲ ਬੱਚੇ ਲੈਂਥੀ ਸਵਾਲ ਵੀ ਹੋ ਸਕਦੇ ਪੇਪਰ ਦੇ ਵਿੱਚ ਕੋਈ ਛੋਟੇ ਵੀ ਹੋ ਸਕਦੇ ਆ। ਤਾਂ ਇਸ ਤਰ੍ਹਾਂ ਆਪਣੇ ਟਾਈਮ ਨੂੰ ਅਸੀਂ ਜਿਹੜਾ ਮੈਨੇਜਮੈਂਟ ਆ ਉਹ ਕਰਨੀ ਹੈ ਟਾਈਮ ਦੀ ਤਾਂ ਕਿ ਜਿਹੜੇ ਸਵਾਲ ਬੱਚੇ ਛੋਟੇ ਆ ਉਹਨੂੰ ਅਸੀਂ ਜਲਦੀ ਹੱਲ ਕਰੀਏ ਕਿਉਂਕਿ ਵੱਡੇ ਸਵਾਲ ਤੇ ਕਈ ਵਾਰੀ ਸਮਾਂ ਸਾਨੂੰ ਜਿਹੜਾ ਹੈਗਾ ਉਹ ਜ਼ਿਆਦਾ ਲੱਗ ਜਾਂਦਾ ਹੈ। ਬੱਚੇ 35 ਪ੍ਰਸ਼ਨ ਸੰਭਾਵਨਾ ਵਾਲੇ ਸਵਾਲ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ ਇੱਕ ਅਭਾਜ ਸੰਖਿਆ ਹੋਣ ਦੀ ਸੰਭਾਵਨਾ ਕੀ ਹੋਵੇਗੀ। A dice thrown once, what is the probability getting a prime number? ਬੱਚੇ ਕੋਲ ਪਾਸਾ ਹੈ ਤਾਂ ਪਾਸੇ ਤੇ ਕਿਹੜੇ ਅੰਕ ਲਿਖੇ ਹੁੰਦੇ ਆ 1 2 3 4 5 6। ਹੁਣ ਬੱਚੋ ਇਹ ਚ ਅਭਾਜ ਸੰਖਿਆ ਕਿਹੜੀਆਂ ਦੇਖੋ 2 ਹੈ 3 ਹੈ ਤੇ 5 ਹੈ ਕਿਉਂਕਿ ਜਿਹੜੀ 1 ਹੈ ਨਾ ਤਾਂ ਭਾਜ ਹੈ ਨਾ ਅਭਾਜ ਹੈ, ਠੀਕ ਹੈ। ਇਹਨੂੰ ਛੱਡ ਦੇਣਾ ਹੈ ਆਪਾਂ। ਕਿੰਨੀਆਂ ਹੋਊਗੀਆਂ ਸਾਡੇ ਕੋਲੇ 3 ਜਾਣੀ ਕਿ ਅਨੁਕੂਲ ਪਰਿਣਾਮ ਬੱਚੇ ਕਿੰਨੇ ਹੋ ਗਏ 3 ਤੇ ਸਾਡੇ ਕੋਲੇ ਪਾਸੇ ਦੇ ਕੁੱਲ ਪਰਿਣਾਮ ਕਿੰਨੇ ਹੁੰਦੇ ਆ ਗਏ 6 3 एकम 3 3 6 यानी कि 1/2 ਸਾਡੇ ਕੋਲ ਸੰਭਾਵਨਾ ਪ੍ਰੋਬੇਬਿਲਿਟੀ ਉਹ ਆ ਗਈ ਹੈ। ਕਿਹੜੇ ਆਪਸ਼ਨ ਚ ਆਹੋ ਆਪਸ਼ਨ ਸੀ ਦੇ ਵਿੱਚ ਹੈ यानी कि इस प्रश्न का जो उत्तर है वो ऑप्शन सी है। 7वां प्रश्न बच्चों किसी घटना की संभावना कदे भी डैश नहीं हो सकती यानी कि अपना समय किहड़ी नहीं हो सकती द प्रोबेबिलिटी ऑफ एन इवेंट नैवर बी। तो यह मतलब प्रश्नों में बच्चों ध्यान नाल देखना है भी जी संभावना कदे भी नहीं हो सकती तो ये अलग अलग उत्तर बनते हैं ठीक है कि नहीं बन सकता लेकिन असीं ऑप्शन के आधार पर जो उत्तर देने भी ऑप्शन के की दिता है तो सानू पता है भी देखो जी किसी घटना की संभावना घट तो घट कितनी तो 0 तो 0 उत्तर हो सकता गा इस करके ये तो कदे भी नहीं हो सकती क्योंकि 0 संभावना हो सकती है। ਵੱਧ ਤੋਂ ਵੱਧ संभावना कितनी होंगी है 1 तो ये ऑप्शन भी हो सकता है ठीक है। हुण आपां देखिआ इह 'च 2 तो सानू पता भी जिहड़ी 2 आ वो कदे भी किसी घटना की संभावना नहीं हो सकती क्योंकि किसी घटना की जिहड़ी संभावना बच्चों वो कित्थों तक होंदी है वो 0 तो लैके 1 तक यानी घट तो घट 0 ਵੱਧ ਤੋਂ ਵੱਧ 1 जिहड़ा 2 ऑप्शन हैगा 1 तो ਵੱਧ है इस करके जिहड़ी 2 आ किसी घटना की संभावना कदे भी नहीं हो सकती तो ये साडे जिहड़ा प्रश्न दा हैगा वो सही उत्तर है। अगे बच्चों 37वां सवाल है 52 पत्तियां की चंगी तरह फेंटी गई ताश की गुट्टी विचों एक पत्ता बाहर कढ़िया जाता है लाल रंग का चित्र पत्ता की संभावना पता करो।
one card is drawn from well-shaped pack of deck of 52 cards. Find the probability of getting a red color face card. ਰੈਡ ਕਲਰ ਫੇਸ ਕਾਰਡ ਬੱਚੋ ਤਾਂ ਸਾਡੇ ਕੋਲ ਜਿਹੜੇ ਕੁੱਲ ਫੇਸ ਕਾਰਡ ਆ ਬੱਚੋ ਕਿੰਨੇ ਹੁੰਦੇ ਹੈਗੇ ਇਸ ਕਾਰਡ ਠੀਕ ਹੈ ਜਾਣ ਕੇ ਚਿੱਤਰਪੱਤੀ ਠੀਕ ਹੈ ਕੁੱਲ ਕਿੰਨੇ ਹੁੰਦੇ ਆ 12 ਹੁਣ ਸਾਡੇ ਗੱਲ ਕੀਤੀ ਉਹਨੇ ਲਾਲ ਰੰਗ ਦੀ ਰੈੱਡ ਕਲਰ ਦੀ ਰੈੱਡ ਕਲਰ ਦੇਖੋ ਕਿੰਨੇ ਰਹਿ ਗਏ ਸਾਡੇ ਕੋਲੇ ਲਾਲ ਰੰਗ ਦੇ ਵਿੱਚੋਂ ਕਿੰਨੇ ਰਹਿ ਗਏ 6 ਤੇ ਤਾਸ਼ ਵਿੱਚ ਕੁੱਲ ਪੱਤੇ ਕਿੰਨੇ ਆ ਕੁੱਲ ਕਾਰਡਸ ਕਿੰਨੇ 52 ਤਾਂ ਸਾਡੀ ਸੁਭਾਵਨਾ ਕਿੰਨੀ ਵਿੱਚ ਆ ਗਈ 6/52 ਹੁਣ ਆਪਾਂ ਨੂੰ ਹੱਲ ਕਰਕੇ ਦੇਖਣ ਦੇ ਕਾਰਡ ਕੱਟਿਆ ਜਾ ਸਕਦਾ ਗਾ ਹਾਂ 3 ਦੂਣੀ 6 26 ਦੂਣੀ 52 ਜਾਣੀ ਕਿ 3/26 ਇਹਦਾ ਉੱਤਰ ਆ ਗਿਆ ਬੱਚੋ ਤਾਂ 3/26 ਕਿਹੜੇ ਆਪਸ਼ਨ 'ਚ ਹੈ ਆਪਸ਼ਨ ਬੀ ਦੇ ਵਿੱਚ ਹੈ ਇਸ ਕਰਕੇ ਜਿਹੜਾ ਆਪਸ਼ਨ ਬੀ ਆ ਉਹ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਸਾਡੇ ਕੋਲ ਬੱਚੋ 38ਵਾਂ ਪ੍ਰਸ਼ਨ ਹੈ the probability of guessing a correct answer to certain question is x by 2 if the probability of not guessing the correct answer is 2 by 3 then the find x ਕਿਸੇ ਪ੍ਰਸ਼ਨ ਦੇ ਸਹੀ ਉੱਤਰ ਦਾ ਅਨੁਮਾਨ ਲਗਾਉਣ ਦੀ ਸੰਭਾਵਨਾ x/2 ਹੈ ਜੇਕਰ ਉਸਦੇ ਸਹੀ ਉੱਤਰ ਪ੍ਰਸ਼ਨ ਦੇ ਸਹੀ ਉੱਤਰ ਦਾ ਅਨੁਮਾਨ ਨਾ ਲਾਉਣ ਦੀ ਸੰਭਾਵਨਾ 2/3 ਹੈ ਤਾਂ x ਪਤਾ ਕਰੋ ਤਾਂ ਦੇਖੋ ਬੱਚੋ ਇਸ ਪ੍ਰਸ਼ਨ ਵਿੱਚ ਕੀ ਥੋੜਾ ਲੌਜਿਕ ਹੈ ਅਸੀਂ ਸਮਝਣਾ ਹੈ ਤਾਂ ਸਾਨੂੰ ਪਤਾ ਵੀ ਕਿਸੇ ਘਟਨਾ ਦੀ ਸੰਭਾਵਨਾ ਹੋਣ ਤੇ ਉਸ ਦੀ ਘਟਨਾ ਨਾ ਹੋਣ ਜਿਹੜੀ ਪਰ ਸੰਭਾਵਨਾ ਇੱਕ ਬਰਾਬਰ ਜੋੜ ਇੱਕ ਹੁੰਦਾ ਗਾ ਯਾਨੀ ਕਿ ਹੋਣ ਅਤੇ ਨਾ ਹੋਣ ਕਿਸੇ ਘਟਨਾ ਠੀਕ ਹੈ ਉਹਦੀ ਸੰਭਾਵਨਾ ਹੋਣ ਤੇ ਨਾ ਹੋਣ ਦੀ ਜਿਹੜੀ ਪ੍ਰੋਬੇਬਿਲਿਟੀ ਜੋੜ ਕਿੰਨਾ ਹੁੰਦਾ ਬੱਚਿਓ ਇੱਕ ਹੁੰਦਾ ਹੈ ਤਾਂ ਸਾਡੇ ਕੋਲ ਸਹੀ ਅਨੁਮਾਨ ਲਗਾਉਣ ਦੀ ਸੰਭਾਵਨਾ ਕਿੰਨੀ ਹੈ x/2 ਕਿੰਨਾ ਆ ਗਿਆ ਬੱਚਿਓ ਇਹ x/2 ਜੇਕਰ ਉਸ ਪ੍ਰਸ਼ਨ ਦੇ ਸਹੀ ਉੱਤਰ ਦਾ ਅਨੁਮਾਨ ਨਾ ਲਗਾਉਣ ਦੀ ਸੰਭਾਵਨਾ ਕਿੰਨੀ ਹੈ ਬੱਚਿਓ 2/3 ਜਾਣੀ ਕਿ ਇਹ ਕਿੰਨੇ ਆ ਗਏ ਬੱਚਿਓ ਸਾਡੇ ਕੋਲੇ 2/3 ਬਰਾਬਰ ਹੈ 1 ਤਾਂ ਇੱਥੋਂ ਸਾਡੇ ਕੋਲ ਬੱਚਿਓ ਜਿਹੜਾ x ਦਾ ਮੁੱਲ ਉਹ ਆ ਜਾਵੇ ਇਹਨੂੰ ਆਪਾਂ ਹੱਲ ਕਰਦੇ ਹਾਂ x/2 ਇਹਨੂੰ ਆਪਾਂ s ਇੱਧਰ ਲੈ ਜਾਂਦੇ ਹਾਂ 1 ਘਟਾਓ 2/3 ਕਿੰਨਾ ਆ ਗਿਆ ਇਹ 3 3 1 3 -2 3 ਚੋਂ 2 ਅਸੀਂ ਮਾਈਨਸ ਕੀਤੇ ਬੱਚਿਓ 1 ਕਿੰਨਾ ਆ ਗਿਆ 1/3 ਠੀਕ ਹੈ ਬੱਚਿਓ ਤਾਂ ਸਾਡੇ ਕੋਲ ਕਿੰਨਾ ਆ ਗਿਆ ਇਹ x/2 ਬਰਾਬਰ 1/3 ਇੱਧਰ ਅਸੀਂ ਕ੍ਰਾਸ ਮਲਟੀਪਲਾਈ ਕੀਤਾ x ਦਾ ਮੁੱਲ ਸਾਡੇ ਕੋਲ ਆ ਗਿਆ ਬੱਚਿਓ 2/3 ਠੀਕ ਹੈ ਤਾਂ 2/3 ਸਾਡੇ ਕੋਲ ਇਹਦਾ ਉੱਤਰ ਹੈ x ਦਾ ਕਿਹੜੇ ਆਪਸ਼ਨ 'ਚ ਹੈ ਆਪਸ਼ਨ ਸੀ ਦੇ ਵਿੱਚ ਤਾਂ ਆਪਸ਼ਨ ਸੀ ਬੱਚਿਓ ਇਸ ਪ੍ਰਸ਼ਨ ਦਾ ਕੀ ਹੈ ਸਹੀ ਉੱਤਰ ਹੈ ਬੱਚਿਓ ਸਾਡੇ ਕੋਲ 39ਵਾਂ ਪ੍ਰਸ਼ਨ ਹੈ ਇੱਕ ਥੈਲੇ ਵਿੱਚ x ਚਿੱਟੀਆਂ y ਲਾਲ ਤੇ z ਨੀਲੀਆਂ ਗੇਂਦਾਂ ਹਨ ਜੇਕਰ ਥੈਲੇ ਵਿੱਚ ਬਿਨਾਂ ਦੇਖੇ ਇੱਕ ਗੇਂਦ ਬਾਹਰ ਕੱਢੀ ਜਾਵੇ ਤਾਂ ਇਸ ਦੀ ਕੀ ਸੰਭਾਵਨਾ ਹੈ ਕਿ ਗੇਂਦ ਨੀਲੀ ਹੋਵੇਗੀ ਤਾਂ ਬੱਚਿਓ ਕਈ ਵਾਰ ਦੇਖੋ ਅਸੀਂ ਦੇਖਦੇ ਹਾਂ ਵੀ ਸਾਡੀ ਬੁੱਕ ਵਿੱਚ ਇਹ ਜਿਹੇ ਪ੍ਰਸ਼ਨ ਨਹੀਂ ਹੈ ਠੀਕ ਹੈ ਜਿਵੇਂ ਇਸ ਤਰ੍ਹਾਂ ਪੁੱਛੇ ਗਏ ਸਾਡੇ ਉੱਥੇ ਸਾਨੂੰ ਜਿਹੜੀ ਗਿਣਤੀ ਦਿੱਤੀ ਗਈ ਹੁੰਦੀ ਹੈ ਤੁਸੀਂ ਧਿਆਨ ਰੱਖਣਾਗਾ ਸਾਡੇ ਜਿਹੜੇ MCQ ਆ ਇਹ ਕਨਸੈਪਟ ਵਿੱਚ ਹੁੰਦੇ ਆ ਬੱਚਿਓ ਇਹ ਬੁੱਕ ਵਿੱਚ ਜੋ ਪ੍ਰਸ਼ਨ ਨਹੀਂ ਹੈਗੇ ਉਹਨਾਂ ਨੂੰ ਛੱਡ ਕੇ ਉਸ ਕਨਸੈਪਟ ਨਾਲ ਮਿਲਦੇ ਜਿਹੜੇ ਪ੍ਰਸ਼ਨ ਜਿਹੜੇ ਹੈਗੇ ਉਹ ਵੀ ਆ ਜਾਂਦੇ ਹੈ ਤਾਂ ਇਸ ਤਰ੍ਹਾਂ ਅਸੀਂ ਕਨਸੈਪਟ ਬੇਸ ਜਿਹੜੀ ਤਿਆਰੀ ਆ ਉਹ ਕਰਨੀ ਹੈ ਤਾਂ ਬੱਚਿਓ ਸਾਨੂੰ ਪਤਾ ਸੰਭਾਵਨਾ ਥੱਲੇ ਹੁੰਦੀ ਆ ਕੁੱਲ ਗਿਣਤੀ ਦੇਖੋ ਕੁੱਲ ਗਿਣਤੀ ਬੱਚਿਓ ਕਿੰਨੀ ਹੋਗੀ ਦੇਖੋ x + y + z ਦੇਖੋ ਸਾਰਿਆਂ ਥੱਲੇ ਨੀਚੇ ਹੈਗੀ ਯਾਨੀ ਕਿ ਸਾਰਿਆਂ ਥੱਲੇ ਗਿਣਤਾਂ ਦਾ ਅਸੀਂ ਕੀਤਾਗਾ ਜੋੜ ਕੀਤਾ ਹੈ ਸਹੀ ਹੈ ਉੱਪਰ ਦੇਖੋ ਸੰਭਾਵਨਾ ਕਿਹਦੀ ਪੁੱਛੀ ਹੈਗੀ ਨੀਲੀ ਗੇਂਦ ਦੀ ਬਲੂ ਬਾਲ ਦੀ ਠੀਕ ਹੈ ਤਾਂ ਬਲੂ ਬਾਲ ਕਿਹੜੀ ਹੈ ਬੱਚੇ ਸਾਡੇ ਕੋਲ ਉਹ ਸਾਡੇ ਕੋਲ ਹੈ z ਜਾਣੀ ਕਿ ਅਨੁਕੂਲ ਪਰਿਣਾਮ ਕੇ ਬੱਚੇ ਸਾਡੇ ਕੋਲ z ਥੱਲੇ ਕੁੱਲ ਪਰਿਣਾਮ x + y + z ਤਾਂ ਫਿਰ ਕਿਹੜੇ ਆਪਸ਼ਨ z ਪਿਆਗਾ C ਦੇ ਵਿੱਚ ਇਸ ਕਰਕੇ ਸਾਡੇ ਬੱਚੇ ਜੋ ਆਪਸ਼ਨ C ਹੈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਬੱਚੇ ਲਾਸਟ ਪ੍ਰਸ਼ਨ ਹੈ 40ਵਾਂ ਜੇਕਰ ਕਿਸੇ ਦੌੜਾਕ ਦੇ ਦੌੜ ਜਿੱਤਣ ਦੀ ਸੰਭਾਵਨਾ ਉਸਦੇ ਹਾਰਨ ਦੀ ਸੰਭਾਵਨਾ ਦੇ ਦੁੱਗਣੇ ਨਾਲੋਂ 1/6 ਘੱਟ ਹੈ ਤਾਂ ਉਸਦੇ ਦੌੜ ਜਿੱਤਣ ਦੀ ਸੰਭਾਵਨਾ ਪਤਾ ਕਰੋ ਉਹੀ ਗੱਲ ਬੱਚਿਓ ਜਿੱਤਣ ਤੇ ਨਾ ਜਿੱਤਣ ਦਾ ਜੋੜ ਕਿੰਨਾ ਹੋਵੇਗਾ 1 ਹੋਵੇਗਾ ਇੱਥੇ ਦੇਖੋ ਮੰਨ ਲਓ ਜਿਹੜੀ ਦੌੜ ਜਿੱਤਣ ਦੀ ਸੰਭਾਵਨਾ ਕੀ ਹੈ ਬੱਚਿਓ P ਆ ਜਿੱਤਣ ਦੀ ਸੰਭਾਵਨਾ ਕੀ ਆਪਾਂ P ਮੰਨ ਲਿਆ ਦੇਖੋ ਜਿੱਤਣ ਵਾਲਾ ਠੀਕ ਹੈ
ਉਸਦੇ ਹਾਰਨ ਦੀ ਸੰਭਾਵਨਾ ਦੇ ਦੁੱਗਣੇ ਨਾਲੋਂ 1/6 ਘੱਟ ਹੈ। ਹੁਣ ਤੁਸੀਂ ਮੰਨ ਲਓ ਜਿਹੜੀ ਹਾਰਨ ਦੀ ਸੰਭਾਵਨਾ ਕੀ ਹੈ ਬੱਚਿਓ, ਉਹ ਕੀ ਸਾਡੇ ਕੋਲੇ x, ਹਾਰਨ ਦੀ ਸੰਭਾਵਨਾ ਕੀ ਹੈ x, ਤਾਂ ਜਿੱਤਣ ਦੀ ਸੰਭਾਵਨਾ ਕਿਹਦੇ ਬਰਾਬਰ ਦੇਖੋ, ਹਾਰਨ ਦੇ ਦੁੱਗਣੇ ਨਾਲੋਂ 1/6 ਘੱਟ। ਦੇਖੋ ਇਹ ਸ਼ਰਤ ਆ ਗਈ, ਦੇਖੋ ਦੁੱਗਣਾ ਹੋ ਗਿਆ, ਉਹ ਚੋਂ 1/6 ਘੱਟ, ਕਿਹਦੇ ਬਰਾਬਰ ਹੈ, ਜਿੱਤਣ ਦੀ ਸੰਭਾਵਨਾ ਦੇ ਬਰਾਬਰ। ਹੁਣ ਸਾਨੂੰ ਪਤਾ ਵੀ ਜਿੱਤਣ ਦੀ ਸੰਭਾਵਨਾ ਤੇ ਹਾਰਨ ਦੀ ਸੰਭਾਵਨਾ ਦੋਨਾਂ ਦਾ ਜੋੜ ਕਿੰਨਾ ਹੁੰਦਾ ਬੱਚਿਓ, 1। ਤਾਂ ਸਾਡੇ ਕੋਲ p ਦਾ ਮੁੱਲ ਕਿੰਨਾ ਗਾ, 2x ਮਾਈਨਸ 1/6, x ਹੀ ਆ ਬਰਾਬਰ 1। ਇੱਥੋਂ ਅਸੀਂ x ਦਾ ਮੁੱਲ ਪਤਾ ਕਰ ਲਵਾਂਗੇ। 2x ਤੇ x ਬੱਚਿਓ ਕਿੰਨਾ ਹੋ ਗਿਆ, 3x। 1/6 ਆਪਾਂ ਸੱਜੇ ਪਾਸੇ ਲਿਆਉਂਦੇ ਆ, ਇੱਧਰ ਆ ਕੇ ਪਲੱਸ ਦੇ ਹੋ ਗਏ। ਇਹਨੂੰ ਆਪਾਂ ਹੱਲ ਕਰ ਲਾਂਗੇ ਬੱਚਿਓ, 6 6 ਤੇ 1 7, ਕਿੰਨਾ ਆ ਗਿਆ 7/6। ਤਾਂ ਸਾਡੇ ਕੋਲ 3x ਬੱਚੋ ਬਰਾਬਰ ਆ ਗਿਆ 7/6। ਤਾਂ x ਕਿੰਨਾ ਜਾਵੇਗਾ, 7 ਬਟੇ ਦੇਖੋ 3 ਬੱਚੋ ਨੀਚੇ ਜਾਣਗੇ, 6 ਗੁਣਾ 3, ਤਾਂ ਕਿੰਨਾ ਆ ਗਿਆ ਬੱਚਿਓ 7/11। ਹੁਣ ਬੱਚੋ 7/11 ਇਹ ਆਪਸ਼ਨ ਦੇ ਵਿੱਚ ਨਹੀਂ ਆ ਰਿਹਾ, ਆਪਾਂ ਦੇਖਦੇ ਹਾਂ ਕੀ ਗਲਤੀ ਹੋਈ ਹੈ। ਬੱਚੋ ਸਾਡੇ ਕਿੰਨਾ ਆ ਗਿਆ ਫਿਰ ਇਹ 7/18, ਠੀਕ ਹੈ। ਜਿਹੜੀ ਇਹ ਸੰਭਾਵਨਾ ਹਾਰਨ ਦੀ ਆਈ ਹੈ, ਲੇਕਿਨ ਅਸੀਂ ਪਤਾ ਕਿਹਦੀ ਕਰਨੀ ਹੈ, ਜਿੱਤਣ ਦੀ। ਤਾਂ ਜਿੱਤਣ ਦੀ ਕਿੰਨੀ ਆ ਜਾਵੇਗੀ ਫਿਰ, 1 ਚੋਂ ਘਟਾ ਕੇ 1/7/18, ਠੀਕ ਹੈ, ਯਾਨੀ ਕਿ 18/7 11/18। ਤਾਂ ਇਸ ਤਰ੍ਹਾਂ ਬੱਚਿਓ 11/18 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਤਾਂ ਵਿਦਿਆਰਥੀਓ, ਉਮੀਦ ਹੈ ਤੁਹਾਨੂੰ ਅੱਜ ਦੇ ਇਸ ਲੈਕਚਰ ਵਿੱਚ ਟਰਮ 1 ਦੀ ਪ੍ਰੀਖਿਆ ਸੰਬੰਧੀ ਕਾਫੀ ਜਾਣਕਾਰੀ ਮਿਲ ਗਈ ਹੋਣੀ ਹੈ। ਤਾਂ ਤੁਸੀਂ ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪੇਪਰ ਦੀ ਤਿਆਰੀ ਕਰਨੀ ਹੈ। ਧੰਨਵਾਦ।